ਰੋਜ਼ਾਨਾ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਬੁਰੇ ਫਸੇ ਨੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ। ਕਿਵੇਂ ਬੁਰੇ ਫਸੇ ਨੇ, ਇਸ ਤੇ ਗੱਲਬਾਤ ਕਰਾਂਗੇ। ਤਾਂ ਅੱਜ ਭਗਵੰਤ ਮਾਨ ਜਿਹੜੇ ਉਹ ਦਿੱਲੀ ਦੌਰੇ ਤੇ ਵੀ ਜਾ ਰਹੇ ਨੇ। ਕੀ ਕਰਨ ਨਾਲ ਜਾ ਰਹੇ ਨੇ, ਉੱਥੇ ਕੁਝ ਅਫਸਰ ਵੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ। ਕੀ ਕੁਝ ਗੱਲਬਾਤ ਉੱਥੇ ਹੋਊਗੀ, ਕੀ ਕਰਨ ਲਈ ਉੱਥੇ ਜਾ ਰਹੇ ਨੇ, ਇਸ ਤੇ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਨਵਜੋਤ ਸਿੰਘ ਸਿੱਧੂ ਵੀ ਅੱਜ ਪੰਜਾਬ ਦੀ ਸਿਆਸਤ 'ਚ ਵੱਡੇ ਧਮਾਕਾ ਕਰਨ ਜਾ ਰਹੇ ਨੇ। ਹਾਈ ਕਮਾਨ ਦੀਆਂ, ਕਾਂਗਰਸ ਹਾਈ ਕਮਾਨ ਦੀਆਂ ਤੇ ਕਾਂਗਰਸ ਦੀਆਂ ਨਜ਼ਰਾਂ ਜਿਹੜੀਆਂ ਉਹ ਸਿੱਧੂ ਤੇ ਲਗਾਤਾਰ ਬਣੀਆਂ ਹੋਈਆਂ ਨੇ। ਕੀ ਕੁਝ ਕਰਨ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ ਅੱਜ, ਉਸ ਤੇ ਅਸੀਂ ਗੱਲਬਾਤ ਕਰਾਂਗੇ। ਤਾਂ ਸਭ ਤੋਂ ਪਹਿਲਾਂ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਮਹਿਮਾਨ ਦੇ ਤੌਰ ਤੇ ਮੌਜੂਦ ਪ੍ਰੋਫੈਸਰ ਮਨਜੀਤ ਸਿੰਘ ਗਣਖੀ ਸਾਹਿਬ ਜੁੜੇ ਹੋਏ ਨੇ। ਉਹਨਾਂ ਦਾ ਸਵਾਗਤ ਕਰਦੇ ਹਾਂ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਸਰ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਮਾਫ ਕਰਨਾ, ਮੈਂ ਇੱਕ ਖਬਰ ਦੱਸਣੀ ਭੁੱਲ ਗਿਆ। ਪਰ ਚਰਚਾ ਜਿਹੜਾ ਪੰਜਾਬ ਦੇ ਅੰਦਰ ਬਿਜਲੀ ਸੰਕਟ ਬਣਿਆ ਹੋਇਆ ਉਹਨੂੰ ਲੈ ਕੇ ਵੀ ਕਰਾਂਗੇ। ਤਾਂ ਸਭ ਤੋਂ ਪਹਿਲਾਂ ਮੈਂ ਇਹੀ ਖਬਰ ਲੈਣੀ ਚਾਹੂੰਗਾ ਬਿਜਲੀ ਸੰਕਟ ਵਾਲੀ ਹੋਈ। ਬਿਜਲੀ ਸੰਕਟ ਪੂਰਨ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਬਣਿਆ ਹੋਇਆ। ਕਾਲੇ ਬੱਦਲ ਜਿਹੜੇ ਆ ਉਹ ਸੰਕਟ ਦੇ ਛਾਏ ਹੋਏ ਨੇ ਪੰਜਾਬ ਦੇ ਅੰਦਰ। ਕਈ ਥਰਮਲ ਪਲਾਂਟ ਬੰਦ ਹੋ ਚੁੱਕੇ ਨੇ। ਤਾਂ ਅੱਜ ਨਵਜੋਤ ਸਿੰਘ ਸਿੱਧੂ ਵੀ ਜਿਹੜੇ ਆ ਉਹ ਜਾ ਕੇ ਰਾਜਪੁਰਾ ਦੇ ਵਿੱਚ ਧਰਨਾ ਲਾਉਣਗੇ। ਰਾਜਪੁਰਾ ਥਰਮਲ ਪਲਾਂਟ ਦੇ ਬਾਹਰ ਧਰਨਾ ਦੇ ਰਹੇ ਨੇ। ਸੰਕਟ ਬਣਿਆ ਹੋਇਆ ਪੂਰੇ ਪੰਜਾਬ ਦੇ ਅੰਦਰ ਬਿਜਲੀ ਦਾ। ਵੱਡੇ ਵੱਡੇ ਲੰਬੇ ਲੰਬੇ ਕੱਟ ਲੱਗ ਰਹੇ ਨੇ। ਕਿਵੇਂ ਦੇਖਦੇ ਹੋ ਨਵਜੋਤ ਸਿੰਘ ਸਿੱਧੂ ਦੇ ਇਸ ਧਰਨੇ ਨੂੰ? ਕਿਉਂਕਿ ਉਧਰ ਹਾਈ ਕਮਾਨ ਦੀਆਂ, ਜਿੱਥੇ ਕਾਂਗਰਸ ਦੀਆਂ, ਮਾਫ ਕਰਨਾ, ਜਿੱਥੇ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨਜ਼ਰਾਂ ਨਵਜੋਤ ਸਿੱਧੂ ਦੇ ਧਰਨੇ ਤੇ ਹੋਣਗੀਆਂ, ਤਾਂ ਉੱਥੇ ਹੀ ਉਹਨਾਂ ਦੀ ਆਪਣੀ ਪਾਰਟੀ ਵੀ ਨਵਜੋਤ ਸਿੰਘ ਸਿੱਧੂ ਦੀਆਂ ਗਤੀਵਿਧੀਆਂ ਤੋਂ ਲਗਾਤਾਰ ਪਰੇਸ਼ਾਨ ਹੈ। ਕਿਵੇਂ ਦੇਖਦੇ ਹੋ ਇਸ ਪੂਰੇ ਧਰਨੇ ਨੂੰ, ਕਾਂਗਰਸ ਦੇ ਲਈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਈ? ਸੁਖਵਿੰਦਰ ਜੀ, ਇਸ ਖਬਰ ਦੇ ਦੋ ਹਿੱਸੇ ਨੇ। ਇੱਕ ਤਾਂ ਪੰਜਾਬ ਦੇ ਵਿੱਚ ਜਿਹੜਾ ਬਿਜਲੀ ਸੰਕਟ ਆ, ਔਰ ਦੂਜਾ ਇਸ ਬਿਜਲੀ ਸੰਕਟ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਵੱਲੋਂ ਜਿਹੜਾ ਅੱਜ ਰਾਜਪੁਰੇ ਵਿਖੇ ਧਰਨਾ ਦਿੱਤਾ ਜਾ ਰਿਹਾ। ਤਾਂ ਸਭ ਤੋਂ ਪਹਿਲਾਂ ਅਸੀਂ ਬਿਜਲੀ ਸੰਕਟ ਦੀ ਗੱਲ ਕਰ ਦਈਏ ਕਿ ਜਿਹੜਾ ਬਿਜਲੀ ਸੰਕਟ ਆ ਬੀਤੇ ਕਾਫੀ ਦਿਨਾਂ ਤੋਂ ਪੰਜਾਬ ਦੇ ਵਿੱਚ ਛਾਇਆ ਹੋਇਆ। ਲੰਬੇ ਲੰਬੇ ਕੱਟ ਲੱਗ ਰਹੇ ਆ। ਔਰ ਦੂਜੇ ਪਾਸੇ ਜਿਹੜਾ ਗਰਮੀ ਜਿਹੜੀ ਅੱਗੇ ਮਈ ਜੂਨ ਚ ਪੈਂਦੀ ਸੀ, ਉਹ ਅਪ੍ਰੈਲ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਵੇਖਣ ਨੂੰ ਮਿਲਦੀ ਪਈ ਹੈ। ਔਰ ਸਰਕਾਰ ਜਿਹੜੀ ਹੈ ਇਹਦੇ ਵਾਸਤੇ ਜਾਂ ਇਸ ਨੂੰ ਨਜਿੱਠਣ ਨੂੰ ਆਪਣੇ ਪੱਧਰ ਤੇ ਯਤਨ ਤਾਂ ਕਰ ਰਹੀ ਹੈ, ਪਰ ਜਿਹੜਾ ਇੱਕ ਗੰਭੀਰ ਸੰਕਟ ਕੋਲੇ ਦਾ ਹੈ, ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਕੋਲਾ 6 ਦਿਨ ਤੱਕ ਉਹਨਾਂ ਕੋਲ ਹੋਣਾ ਚਾਹੀਦਾ ਹੈ, ਕਿ ਜੇਕਰ 6 ਰਿਜ਼ਰਵ ਜਿਹੜਾ ਹੈ, ਤੇ ਜੇਕਰ 6 ਦਿਨ ਤੋਂ ਖਤਮ ਘੱਟ ਹੁੰਦਾ ਤਾਂ ਕੁਦਰਤੀ ਤੌਰ ਤੇ ਸੰਕਟ ਜਿਹੜਾ ਉਹ ਪੈਦਾ ਹੋ ਸਕਦਾ। ਤਾਂ ਵੱਖ-ਵੱਖ ਰਾਜ ਸਰਕਾਰਾਂ, ਉਹਨਾਂ ਦੀ ਗੱਲ ਆਪਾਂ ਬੇਸ਼ੱਕ ਬਾਅਦ ਚ ਕਰ ਲਈਏ, ਪਰ ਪੰਜਾਬ ਸਰਕਾਰ ਜਿਹੜੀ ਇਸ ਪੱਖ ਤੋਂ ਤਰਕ ਦਿੰਦੀ ਹੈ ਤਾਂ ਉਹ ਇਹ ਤਰਕ ਦਿੰਦੀ ਹੈ ਕਿ ਸ਼ਾਇਦ ਕੋਲੇ ਦੀ ਕਮੀ ਆ, ਕੋਲਾ ਠੀਕ ਤਰੀਕੇ ਨਾਲ ਸਮੇਂ ਸਿਰ ਨਹੀਂ ਪਹੁੰਚ ਰਿਹਾ, ਥਰਮਲ ਪਲਾਂਟ ਜਿਹੜੇ ਬੰਦ ਹੋ ਰਹੇ ਨੇ, ਕੇਂਦਰ ਸਰਕਾਰ ਦੀ ਜਿਹੜੀ ਸਹਿਯੋਗ ਆ ਉਹ ਨਹੀਂ ਮਿਲਦਾ ਪਿਆ। ਪਰ ਜਦੋਂ ਦੂਸਰੇ ਪਾਸੇ ਅਸੀਂ ਕੇਂਦਰ ਸਰਕਾਰ ਦੇ ਰੁਖ ਨੂੰ ਵੇਖਦੇ ਹਾਂ ਜਾਂ ਉਹਨਾਂ ਦੇ ਪੱਖ ਨੂੰ ਸੁਣੀਏ, ਤਾਂ ਉਹਨਾਂ ਦਾ ਇਹ ਪੱਖ ਹੁੰਦਾ ਕਿ ਕਿਸੇ ਵੀ ਸੂਰਤ ਵਿੱਚ ਕੋਲੇ ਦੀ ਕੋਈ ਕਮੀ ਨਹੀਂ, ਕੋਲਾ ਜਿੰਨਾ ਚਾਹੀਦਾ ਕੋਲਾ ਮਿਲ ਸਕਦਾ। ਤੇ ਸ਼ਾਇਦ ਇਹ ਜਿਹੜੇ ਥਰਮਲ ਪਲਾਂਟ ਲੱਗੇ ਨੇ ਇਸ ਕਰਕੇ ਬਿਜਲੀ ਉਤਪਾਦਨ ਉਸ ਮਾਤਰਾ 'ਚ ਨਹੀਂ ਕਰ ਰਹੇ ਜਿਸ ਮਾਤਰਾ ਦੇ ਵਿੱਚ ਇਹਨਾਂ ਨੂੰ ਕਰਨੀ ਚਾਹੀਦੀ। ਤੇ ਇਸ ਦਾ ਪ੍ਰਮੁੱਖ ਕਾਰਨ ਇਹ ਆ ਕਿ ਬੀਤੇ ਲੰਮੇ ਸਮੇਂ ਤੋਂ ਇਹਨਾਂ ਥਰਮਲ ਪਲਾਂਟਾਂ ਦੀ ਮੁਰੰਮਤੀ ਜਿਹੜੀ ਆ ਉਹ ਨਹੀਂ ਹੋ ਸਕੀ, ਜਿਸ ਕਾਰਨ ਜਿਸ ਪੱਧਰ ਤੇ ਇਹਨਾਂ ਨੇ ਬਿਜਲੀ ਦਾ ਉਤਪਾਦਨ ਕਰਨਾ ਸੀ ਉਸ ਪੱਧਰ ਤੇ ਉਤਪਾਦਨ ਕਰ ਹੀ ਨਹੀਂ ਪਾਈਆਂ, ਪਿਛਲੀਆਂ ਸਰਕਾਰਾਂ ਵੀ ਤੇ ਮੌਜੂਦਾ ਸਰਕਾਰ ਵੀ। ਦੂਜੇ ਪਾਸੇ ਇਹ ਵੀ ਜਿਹੜੇ 10 ਹਾਈ ਪਾਵਰ ਪਰਚੇਜ਼ ਆ ਉਹਨਾਂ ਕੋਲ ਪਰਚੇਜ਼ ਐਕਟ ਦਾ ਐਗਰੀਮੈਂਟ ਜਾਂ ਉਹ ਸਹੂਲਤ ਹੀ ਨਹੀਂ ਹੈ ਕਿ ਉਹ ਪਰਚੇਜ਼ ਕੁਝ ਕਰ ਸਕਣ। ਸੋ ਬੜੇ ਅਜਿਹੇ ਕਾਰਨ ਨੇ ਕਿ ਜਿਹੜੇ ਪੰਜਾਬ ਦੇ ਸੰਬੰਧ ਦੇ ਜਾਂ ਪੰਜਾਬ ਦੇ ਪ੍ਰਸੰਗ ਦੇ ਵਿੱਚ ਬਿਜਲੀ ਸੰਕਟ ਨੂੰ ਲੈ ਕੇ ਵੇਖੇ ਜਾ ਸਕਦੇ ਕਿ ਕਿਹੜੀ ਕਿਹੜੀ ਸਰਕਾਰ ਜ਼ਿੰਮੇਵਾਰ ਰਹੀ ਹੈ। ਸੁਖਵਿੰਦਰ ਜੀ, ਹਰ ਸਮੇਂ ਹਰ ਇਹਨਾਂ ਦਿਨਾਂ ਦੇ ਵਿੱਚ, ਇਹਨਾਂ ਸੀਜ਼ਨਾਂ ਦੇ ਵਿੱਚ ਬਿਜਲੀ ਕੱਟਾਂ ਦੀ ਜਿਹੜੀ ਸਮੱਸਿਆ ਜਿਹੜੀ ਆ ਪੰਜਾਬ ਦੇ ਲੋਕਾਂ ਨੂੰ ਜੂਝਣਾ ਪੈਂਦਾ। ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਸਾਲਾਂ ਦੇ ਵਿੱਚ ਵੀ ਖਾਸ ਤੌਰ ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਦੋਂ ਵੀ ਇਹੋ ਜਿਹਾ ਇੱਕ ਦੌਰ ਆਇਆ। ਉਸ ਮੇਰਾ ਖਿਆਲ ਚੰਨੀ ਸਰਕਾਰ ਦੇ ਸਮੇਂ ਵੀ ਇੱਕ ਦੌਰ ਇਹੋ ਜਿਹਾ ਕਿ ਜਦੋਂ 2-4 ਦਿਨ ਬੜੀ ਹਾਹਾਕਾਰ ਜਿਹੜੀ ਉਹ ਮੱਚੀ ਸੀ। ਪਰ ਅਸੀਂ ਇਹਦੇ ਵਿੱਚ ਕਿਸੇ ਨੂੰ ਕਲੀਨ ਚਿੱਟ ਨਹੀਂ ਦੇ ਸਕਦੇ ਕਿ ਉਹਨਾਂ ਸਰਕਾਰਾਂ ਦੇ ਸਮੇਂ ਹੋਇਆ ਤਾਂ ਅੱਜ ਦੀ ਸਰਕਾਰ ਦੇ ਸਮੇਂ ਹੋ ਗਿਆ ਤੇ ਫਿਰ ਕੀ ਹੋ ਗਿਆ। ਨਹੀਂ, ਜਿਹੜੀ ਵੀ ਸਰਕਾਰ ਮੌਜੂਦਾ ਸਰਕਾਰ ਆ ਉਸਦੀ ਇਹ ਡਿਊਟੀ ਬਣਦੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਦੇਵੇ। ਤੇ ਦੂਜੇ ਪਾਸੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਤਾਂ ਵਾਅਦਾ ਹੀ ਇਹ ਕਰਕੇ ਆਈ ਸੀ ਕਿ ਅਸੀਂ ਮੁਫਤ ਤੇ 24 ਘੰਟੇ ਬਿਜਲੀ ਸਪਲਾਈ ਜਿਹੜੀ ਆ ਉਹ ਦੇਵਾਂਗੇ। ਤਾਂ ਜੇਕਰ ਅਜੇ ਇੱਕ ਪਾਸੇ ਜਿਹੜਾ ਮੁਫਤ ਬਿਜਲੀ ਦੇਣ ਦਾ ਜਿਹੜਾ ਕਨਸੈਪਟ ਆ ਉਹ ਤਾਂ ਅਜੇ ਇਹਨਾਂ ਕੋਲ ਸਾਫ਼ ਨਹੀਂ ਹੋ ਰਿਹਾ, ਤੇ ਦੂਜੇ ਪਾਸੇ ਬਿਜਲੀ ਸੰਕਟ ਦੇ ਨਾਲ ਪੰਜਾਬ ਵਾਸੀਆਂ ਨੂੰ ਜੂਝਣਾ ਪੈ ਰਿਹਾ,
ਅਜੇ ਝੋਨੇ ਦੀ ਬਿਜਾਈ ਦਾ ਸੀਜ਼ਨ ਜਿਹੜਾ ਉਹ ਸ਼ੁਰੂ ਹੋਣਾ, ਬਿਜਲੀ ਦੀ ਲੋੜ ਉਦੋਂ ਵੀ ਪੈਣੀ ਹੈ। ਤੇ ਜੇਕਰ ਉਸ ਤੋਂ ਪਹਿਲਾਂ ਹੀ ਭਾਂਡੇ ਜਿਹੜੇ ਖਾਲੀ ਹੋ ਜਾਣਗੇ ਤਾਂ ਫਿਰ ਸ਼ਾਇਦ ਰਾਜ ਸਰਕਾਰ ਵਾਸਤੇ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਬੜਾ ਮੁਸ਼ਕਲ ਹੋ ਜਾਵੇਗਾ। ਇੱਕ ਇਹ ਵੀ ਗੱਲ ਮੈਂ ਕਰਦਾ ਕਿ ਇਹ ਜਿਹੜਾ ਬਿਜਲੀ ਦਾ ਸੰਕਟ ਆ ਪੰਜਾਬ ਤੋਂ ਬਾਹਰਲੇ ਰਾਜਾਂ ਦੇ ਵਿੱਚ ਵੀ ਵੇਖਣ ਨੂੰ ਮਿਲਦਾ ਪਿਆ, ਪਰ ਇਹ ਜਦੋਂ ਇਹ ਵੀ ਪਤਾ ਲੱਗਾ ਕਿ ਇਹ ਸੰਕਟ ਸ਼ਾਇਦ ਹੋਰ ਵੀ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਹੋਰ ਵੀ ਗੰਭੀਰ ਹੋ ਸਕਦਾ, ਪਰ ਸਾਡਾ ਜਿਹੜਾ ਮੁੱਦਾ ਆ ਉਹ ਪੰਜਾਬ ਦੇ ਨਾਲ ਆ, ਕਿਉਂਕਿ ਪੰਜਾਬ ਦੀ ਇਹ ਸਰਕਾਰ ਜਿਹੜੀ ਆ ਇਹ ਵਾਅਦਾ ਕਰਕੇ ਆਈ ਸੀ ਕਿ ਅਸੀਂ ਨਿਰਵਿਘਨ ਨੂੰ ਬਿਜਲੀ ਦਾਂਗੇ, ਤਾਂ ਉਹ ਮੁੱਦੇ ਤੇ ਆਪਣੇ ਵਾਅਦੇ ਤੇ ਪੂਰਾ ਨਜਿੱਠਣਾ ਚਾਹੀਦਾ। ਹੁਣ ਤੁਹਾਡੇ ਸਵਾਲ ਦਾ ਜਿਹੜਾ ਦੂਜਾ ਹਿੱਸਾ ਸੀ ਉਹ ਨਵਜੋਤ ਸਿੱਧੂ ਦੇ ਉਸ ਧਰਨੇ ਨਾਲ ਸੰਬੰਧਤ ਆ ਕਿ ਜਿਹੜਾ ਉਹ ਰਾਜਪੁਰਾ ਥਰਮਲ ਪਲਾਂਟ ਦੇ ਸਾਹਮਣੇ ਦੇਣਗੇ। ਬੀਤੇ ਦਿਨਾਂ ਤੋਂ ਜਦੋਂ ਤੋਂ ਉਹ ਕਾਂਗਰਸ ਜਦੋਂ ਸੱਤਾ ਤੋਂ ਬਾਹਰ ਹੋਈ ਆ ਤਾਂ ਕਾਂਗਰਸ ਦੇ ਜਿਹੜੇ ਸੰਵਿਧਾਨਕ ਤੌਰ ਤੇ ਚੁਣੇ ਜਿਹੜੇ ਵਿਧਾਇਕ ਨੇ, ਬੇਸ਼ੱਕ ਉਹ 18 ਦੇ ਕਰੀਬ ਜਿਹੜੇ ਵਿਧਾਇਕ ਨੇ ਉਹ ਸੰਵਿਧਾਨਕ ਸੁੱਖ ਤਾਂ ਮੰਨਦੇ ਪਏ ਆ ਵਿਧਾਇਕਾਂ ਦਾ, ਪਰ ਪੰਜਾਬ ਦੇ ਪ੍ਰਤੀ ਜਾਂ ਪੰਜਾਬ ਦੇ ਲੋਕਾਂ ਦੇ ਪ੍ਰਤੀ ਉਹਨਾਂ ਦੀ ਜਿਹੜੀ ਭੂਮਿਕਾ ਵਿਰੋਧੀ ਧਿਰ ਵਾਲੀ ਜਿਹੜੀ ਹੋਣੀ ਚਾਹੀਦੀ ਆ ਉਹ ਅਜੇ ਵੇਖਣ ਨੂੰ ਨਜ਼ਰ ਨਹੀਂ ਆ ਰਹੀ। ਜਦੋਂ ਕਿ ਉਸਦੇ ਉਲਟ ਨਵਜੋਤ ਸਿੰਘ ਸਿੱਧੂ, ਹਾਲਾਂਕਿ ਨਾ ਤਾਂ ਉਹ ਹੁਣ ਵਿਰੋਧੀ ਧਿਰ ਦੇ ਸੰਬੰਧਿਤ ਨੇਤਾ ਨੇ, ਕਾਂਗਰਸ ਪਾਰਟੀ ਤੇ ਜ਼ਰੂਰ ਉਹ ਸਾਬਕਾ ਵਿਧਾਇਕ ਨੇ ਤੇ ਪੀਪੀਸੀ ਦੇ ਸਾਬਕਾ ਪ੍ਰਧਾਨ ਨੇ, ਪਰ ਉਹਨਾਂ ਵੱਲੋਂ ਆਪਣੀਆਂ ਰਾਜਨੀਤਿਕ ਸਰਗਰਮੀਆਂ ਪਹਿਲਾਂ ਦੀ ਤਰ੍ਹਾਂ ਜਾਰੀ ਨੇ, ਸਗੋਂ ਪਹਿਲਾਂ ਤੋਂ ਵੀ ਵੱਧ ਜਾਰੀ ਨੇ। ਤੇ ਜਿਸ ਤਰੀਕੇ ਦੇ ਨਾਲ ਉਹ ਸਮੇਂ-ਸਮੇਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦੇ ਪਏ ਆ ਔਰ ਉਹਨਾਂ ਨੂੰ ਕੀਤੇ ਵਾਅਦੇ ਜਿਹੜੇ ਯਾਦ ਕਰਾ ਰਹੇ ਆ, ਉਹਨਾਂ ਵੱਲੋਂ ਦਿੱਤੇ ਮੁੱਦਿਆਂ ਨੂੰ ਹੱਲ ਕਰਨ ਦੀ ਯਾਦ ਕਰਵਾ ਰਹੇ ਆ, ਉਸੇ ਤਰੀਕੇ ਨਾਲ ਜਿਹੜੀਆਂ ਲੋਕਾਂ ਨਾਲ ਸੰਬੰਧਿਤ ਮੰਗਾਂ ਨੇ ਉਹਨਾਂ ਨੂੰ ਲੈ ਕੇ ਉਹਨਾਂ ਦੀਆਂ ਸਰਗਰਮੀਆਂ ਉਹ ਪੂਰੇ ਜੋਰਾਂ ਤੇ ਨੇ। ਜਿਸ ਤਰ੍ਹਾਂ ਪਹਿਲੇ ਦਿਨ ਉਹਨਾਂ ਨੇ ਰਾਜਪਾਲ ਨੂੰ ਪੰਜਾਬ ਦੀ ਸਥਿਤੀ ਤੇ ਸੰਬੰਧੀ ਆਪਣਾ ਇੱਕ ਰੋਸ ਪੱਤਰ ਦਿੱਤਾ, ਤਾਂ ਅੱਜ ਉਹ ਧਰਨਾ ਦੇਣਗੇ ਰਾਜਪੁਰਾ ਥਰਮਲ ਪਲਾਂਟ ਦੇ ਸਾਹਮਣੇ। ਪਰ ਇਹਦੇ ਸਭ ਦੇ ਨਾਲ ਜਿਹੜੀ ਔਖ ਆ ਉਹ ਕਾਂਗਰਸ ਪਾਰਟੀ ਨੂੰ ਹੋ ਰਹੀ ਹੈ, ਕਿਉਂਕਿ ਕਾਂਗਰਸ ਪਾਰਟੀ ਚਾਹੁੰਦਿਆਂ ਹੋਇਆਂ ਵੀ ਨਾ ਤਾਂ ਨਵਜੋਤ ਸਿੱਧੂ ਦੇ ਨਾਲ ਚੱਲਣ ਨੂੰ ਤਿਆਰ ਆ ਤੇ ਨਾ ਹੀ ਉਸਨੂੰ ਇਹ ਕਹਿ ਸਕਦੇ ਕਿ ਤੁਸੀਂ ਨਾਲ ਇਹ ਕੰਮ ਕਾਰਵਾਈ ਨਾ ਕਰੋ। ਸੋ ਨਵਜੋਤ ਸਿੱਧੂ ਸੱਤਾ ਜਾਂ ਸਿਆਸਤ ਦੇ ਕਾਂਗਰਸ ਪਾਰਟੀ ਦੀ ਸਿਆਸਤ ਪਾਰਟੀ ਦੇ ਵਿੱਚ ਰਹਿ ਕੇ ਵੀ ਨਹੀਂ ਹੈਗਾ ਤੇ ਹੈ ਕੇ ਵੀ ਨਹੀਂ ਹੈਗਾ, ਬਹੁਤ ਕੁਝ ਇਹੋ ਜਿਹਾ ਕਰ ਰਿਹਾ, ਜਿਸ ਕਰਕੇ ਜਿਹੜੀ ਆ ਹਾਈ ਕਮਾਂਡ ਜਿਹੜੀ ਆ ਉਹਦੇ ਵਾਸਤੇ ਇਹ ਬੜੀ ਇੱਕ ਸਿਰਦਰਦੀ ਦੀ ਜਿਹੜੀ ਸਥਿਤੀ ਹੈਗੀ ਆ। ਉਹ ਚਾਹੁੰਦੇ ਨੇ, ਦਿਲੋਂ ਤਾਂ ਚਾਹੁੰਦੇ ਨੇ ਕਿ ਨਵਜੋਤ ਸਿੱਧੂ ਦਾ ਸਾਥ ਦੇਣ, ਪਰ ਜਿਹੜੀਆਂ ਮੌਜੂਦਾ ਸਥਿਤੀਆਂ ਨੇ ਸ਼ਾਇਦ ਹਾਈ ਕਮਾਂਡ ਜਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਇਹ ਅਲਾਉ ਨਹੀਂ ਕਰਦੀਆਂ ਕਿ ਨਵਜੋਤ ਸਿੱਧੂ ਦਾ ਉਹ ਨਾਲ ਤੁਰਨ। ਪਰ ਦੂਜੇ ਪਾਸੇ ਨਵਜੋਤ ਸਿੱਧੂ ਆਪਣੇ ਮੁੱਦੇ, ਆਪਣੀ ਚਾਲ ਉਸੇ ਤਰੀਕੇ ਨਾਲ ਤੁਰਿਆ ਜਾ ਰਿਹਾ ਤੇ ਜਿਹਦੇ ਨਾਲ ਕੁਦਰਤੀ ਤੌਰ ਤੇ ਅੱਜ ਵੀ ਪੰਜਾਬ ਦੇ ਲੋਕਾਂ ਦੇ ਵਿੱਚ ਉਸੇ ਤਰੀਕੇ ਦੀ ਉਹਦੀ ਸਥਿਤੀ ਬਣੀ ਆ ਜਿਹੜੀ ਮਾਰਚ 16 ਤੋਂ ਜਾਂ ਮਾਰਚ 10 ਤੋਂ ਪਹਿਲਾਂ ਸੀ। ਸੋ ਇਹੋ ਜਿਹੇ ਸੰਦਰਭਾਂ 'ਚ ਅਸੀਂ ਵੇਖ ਸਕਦੇ ਹਾਂ ਕਿ ਇਹ ਰਾਜਨੇਤਾ ਜਿਹੜਾ ਇਸ ਮੁੱਦੇ ਨੂੰ ਲੈ ਕੇ ਗੱਲ ਕਰਦਾ ਪਿਆ ਤੇ ਸਰਕਾਰ ਨੂੰ ਘੇਰਨ ਦਾ ਯਤਨ ਕਰ ਰਿਹਾ। ਚੰਗੀ ਗੱਲ, ਇਸ ਦੀ ਸ਼ਲਾਘਾ ਕਰਨੀ ਬਣਦੀ ਹੈ, ਪਰ ਜ਼ਿਆਦਾ ਇਹ ਪ੍ਰਭਾਵਸ਼ਾਲੀ ਤਾਂ ਹੁੰਦਾ ਕਿ ਜੇਕਰ ਕਾਂਗਰਸ ਦੇ ਉਹ 18 ਵਿਧਾਇਕ ਜਿਹੜੇ ਚੁਣੇ ਨੇ ਉਹ ਵੀ ਨਾਲ ਅੱਜ ਚੁਣ ਕੇ ਜਾਂ ਨਵਜੋਤ ਸਿੱਧੂ ਦੇ ਨਾਲ ਜਾ ਕੇ ਰਾਜਪੁਰੇ ਥਰਮਲ ਪਲਾਂਟ ਦੇ ਸਾਹਮਣੇ ਬੈਠਦੇ ਤਾਂ ਕੁਝ ਪ੍ਰਭਾਵ ਹੋਰ ਹੁੰਦਾ, ਕਿਉਂਕਿ ਉਹਨਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਐਲਓਪੀ ਦੇ ਲੀਡਰ ਵੀ ਨੇ, ਰਾਜਾ ਵੜਿੰਗ ਵੀ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ, ਤੇ ਜੇਕਰ ਉਹਨਾਂ ਨੇ ਕਾਂਗਰਸ ਪਾਰਟੀ ਦਾ ਇੱਕ ਸਿਆਸੀ ਧਰਾਤਲ ਜਿਹੜਾ ਖੁਰ ਚੁੱਕਾ ਬੀਤੇ ਦੌਰ 'ਚ, ਜੇਕਰ ਉਸ ਨੂੰ ਤਿਆਰ ਕਰਨਾ, ਦੁਬਾਰਾ ਸਮਤਲ ਕਰਨਾ, ਤੇ ਉਸ ਦੌਰ 'ਚ ਉਹਨਾਂ ਨਾਲ ਨਵਜੋਤ ਸਿੰਘ ਸਿੱਧੂ ਵਰਗਾ ਇੱਕ ਬੰਦਾ ਤੁਰ ਰਿਹਾ ਬਿਨਾਂ ਕਿਸੇ ਲਾਲਚ ਤੋਂ ਆਪਣੀਆਂ ਕਾਰਵਾਈਆਂ ਕਰਦਾ ਪਿਆ, ਤਾਂ ਘੱਟ ਤੋਂ ਘੱਟ ਕਾਂਗਰਸ ਪਾਰਟੀ ਨੂੰ ਉਸਦਾ ਸਾਥ ਜਿਹੜਾ ਜ਼ਰੂਰ ਦੇਣਾ ਚਾਹੀਦਾ। ਬਾਹਰੋਂ ਵੇਖ ਕੇ ਉਸਦਾ ਤਮਾਸ਼ਾ ਨਹੀਂ ਵੇਖਣਾ ਚਾਹੀਦਾ ਕਿ ਇਸਦਾ ਲੋਕਾਂ ਤੇ ਪ੍ਰਭਾਵ ਕੀ ਜਾਏਗਾ। ਲੋਕਾਂ ਦੇ ਵਿੱਚ ਨਵਜੋਤ ਸਿੱਧੂ ਦਾ ਪ੍ਰਭਾਵ ਇਹੋ ਹੀ ਜਾ ਰਿਹਾ ਕਿ ਹਾਂ ਭਈ ਉਹ ਬੰਦਾ ਜੇਕਰ ਇਸ ਵੇਲੇ ਕਾਂਗਰਸ ਪਾਰਟੀ ਦਾ ਸੰਵਿਧਾਨਕ ਤੌਰ ਤੇ ਕੋਈ ਹਿੱਸਾ ਨਹੀਂ ਹੈਗਾ, ਪਰ ਇਸ ਦੇ ਬਾਵਜੂਦ ਉਹ ਲੋਕਾਂ ਦੀਆਂ ਮੰਗਾਂ, ਲੋਕਾਂ ਦੇ ਹਿੱਤਾਂ ਨੂੰ ਲੈ ਕੇ ਸਰਕਾਰ ਨੂੰ ਘੇਰ ਦਿੱਤਾ ਪਿਆ। ਜਿਹੜਾ ਕੰਮ ਕਾਂਗਰਸ ਪਾਰਟੀ ਦੀ ਵਿਰੋਧੀ ਧਿਰ ਨੂੰ ਕਰਨਾ ਸੀ ਉਹ ਘਰ ਬੈਠੀ ਆ, ਤੇ ਦੂਜੇ ਪਾਸੇ ਨਵਜੋਤ ਸਿੱਧੂ ਵਰਗੇ ਬੰਦੇ ਜਿਹੜੇ ਨੇ ਉਹ ਬਾਹਰ ਨਿਕਲ ਕੇ ਲੋਕਾਂ ਦੀ ਨਬਜ਼ ਬਣ ਕੇ ਸਰਕਾਰ ਦੀ ਸਿਰਦਰਦੀ ਬਣਦੇ ਜੀ। ਲਗਾਤਾਰ ਪੈਰਲਲ ਜਿਹੜਾ ਉਹਨਾਂ ਦਾ ਧਰਨਾ ਚੱਲ ਰਿਹਾ ਹੈ, ਕਿਵੇਂ ਦੇਖਦੇ ਹੋ ਮੁਸੀਬਤ ਜਿਹੜੀ ਕਿੰਨੀ ਕਾ, ਕਿਉਂਕਿ ਹਾਈ ਕਮਾਂਡ ਦੀਆਂ ਨਜ਼ਰਾਂ ਉਹਨਾਂ ਤੇ ਬਣੀਆਂ ਹੋਈਆਂ ਨੇ। ਦੇਖੋ, ਹਾਈ ਕਮਾਂਡ ਦੀਆਂ ਨਜ਼ਰਾਂ ਤਾਂ ਸਿੱਧੂ ਤੇ ਬਣੀਆਂ ਤੇ ਸਿੱਧੂ ਦੀਆਂ ਗਤੀਵਿਧੀਆਂ ਤੇ ਵੀ ਬਣੀਆਂ ਨੇ, ਤੇ ਦੂਜੇ ਪਾਸੇ ਨਵਜੋਤ ਸਿੱਧੂ ਵੱਲੋਂ ਹਰ ਰੋਜ਼ ਅਜਿਹਾ ਜਿਹੜੀ ਕਾਰਵਾਈ ਜਾਂ ਗਤੀਵਿਧੀ ਕੀਤੀ ਜਾਂਦੀ ਹੈ ਜਿਹੜੀ ਸ਼ਾਇਦ ਕਾਂਗਰਸ ਹਾਈ ਕਮਾਂਡ ਵਾਸਤੇ ਗਲੇ ਦੀ ਹੱਡੀ ਬਣਦੀ ਪਈ ਆ। ਕਈ ਵਾਰੀ ਇਸ ਤਰੀਕੇ ਨਾਲ ਲੱਗਦਾ ਕਿ ਨਵਜੋਤ ਸਿੱਧੂ ਜੋ ਕੁਝ ਇਹ ਕਰ ਰਿਹਾ ਇਹ ਜਾਣ ਬੁੱਝ ਕੇ ਕਰ ਰਿਹਾ ਕਿ ਹਾਈ ਕਮਾਂਡ ਉਹਦੇ ਖਿਲਾਫ ਜਿਹੜੀ ਕੋਈ ਕਾਰਵਾਈ ਕਰਦੀ ਹੈ ਇੱਕ ਵਾਰੀ ਕਰ ਦੇਵੇ, ਤੇ ਦੂਜੇ ਪਾਸੇ ਇਹ ਵੀ ਲੱਗਦਾ ਕਿ ਨਵਜੋਤ ਸਿੱਧੂ ਇਸ ਵੇਲੇ ਜਿਹੜੇ ਉਹ 50-60 ਬੰਦਿਆਂ ਦੀ ਜਿਨ੍ਹਾਂ ਦੀ ਗੱਲ ਕੀਤੀ ਸੀ ਉਹਨੇ ਰਾਜਾ ਵੜਿੰਗ ਦੇ ਤਾਜਪੋਸ਼ੀ ਸਮਾਰੋਹ ਦੇ ਦੌਰਾਨ ਕਿ 50-60 ਬੰਦੇ ਚਾਹੀਦੇ ਨੇ, ਤੇ ਸ਼ਾਇਦ ਨਵਜੋਤ ਸਿੱਧੂ ਇਸ ਵੇਲੇ ਉਹ ਛਾਨਣਾ ਲੈ ਕੇ ਚੱਲਦਾ ਪਿਆ ਕਿ ਇਸ ਛਾਨਣੇ ਦੇ ਵਿੱਚ ਕਿਹੜੇ ਉਹ ਬੰਦੇ ਨੇ
ਜਿਹੜੇ ਆ ਕੇ ਅੱਜ ਵੀ ਉਹਦੇ ਨਾਲ ਖਲੋਣ ਨੂੰ ਤਿਆਰ ਨੇ। ਇਹ ਦੋ ਚੀਜ਼ਾਂ ਨੇ। ਤਾਂ ਦੂਜੇ ਜਿਹੜੀ ਗੱਲ ਤੁਸੀਂ ਕਾਂਗਰਸ ਦੀ ਵਿਰੋਧੀ ਧਿਰ ਦੀ ਆਖੀ, ਸਿਰਦਰਦੀ ਤਾਂ ਕੁਦਰਤੀ ਤੌਰ ਤੇ ਆ। ਸਿਰਦਰਦੀ ਤਾਂ ਇਸ ਕਰਕੇ ਬਣੀ ਹੈ ਕਿ ਜਿਹੜੇ ਮੁੱਦੇ ਵਿਰੋਧੀ ਧਿਰ ਕਾਂਗਰਸ ਪਾਰਟੀ ਦੀ ਸੰਵਿਧਾਨਕ ਤੌਰ ਤੇ ਚੁਣੀ ਉਹ 18 ਵਿਧਾਇਕਾਂ ਦੀ ਬਾਡੀ ਨੇ ਚੁੱਕਣੇ ਸਨ, ਉਹ ਬਿਲਕੁਲ ਚੁੱਕਣੇ। ਤੇ ਦੂਜੇ ਪਾਸੇ ਨਵਜੋਤ ਸਿੱਧੂ ਨਿਤ ਦਿਨ ਜਿਹੋ ਜਿਹੀਆਂ ਗਤੀਵਿਧੀਆਂ ਕਰ ਰਿਹਾ ਤਾਂ ਲੋਕਾਂ ਦਾ ਕਾਫਲਾ ਜੇਕਰ ਉਹਦੇ ਨਾਲ ਜੁੜਦਾ, ਲੋਕਾਂ ਦੇ ਵਿੱਚ ਉਸ ਦੀ ਸਥਿਤੀ ਮਜ਼ਬੂਤ ਹੁੰਦੀ ਆ, ਤਾਂ ਫਿਰ ਕਾਂਗਰਸ ਹਾਈਕਮਾਨ ਵਾਸਤੇ ਚਿੰਤਾ ਦਾ ਵਿਸ਼ਾ ਤਾਂ ਹੈ ਹੀ ਹੈ ਨਾ। ਇੱਕ ਸਮਾਨੰਤਰ ਉਹ ਧਿਰ ਬਣਾ ਕੇ ਚੱਲਦੇ ਪਏ ਨੇ ਜਿਹਦੇ ਵਿੱਚ ਅਸ਼ਵਨੀ ਸੇਠੀ, ਸੁਰਜੀਤ ਸਿੰਘ ਧਮਾਨ ਜਾਂ ਇਹ ਜਿਹੇ ਕਈ ਵਿਧਾਇਕ ਨੇ, ਸਾਬਕਾ ਵਿਧਾਇਕ ਜਿਹੜੇ ਅੱਜ ਵੀ ਉਹਦੇ ਨਾਲ ਖਲੋਤੇ ਨੇ ਤੇ ਸ਼ਾਇਦ ਅੱਜ ਉਸ ਦੇ ਮਾਮਲੇ ਦੇ ਵਿੱਚ ਕੁਝ ਸ਼ਰੀਕ ਹੋਣਗੇ ਜੀ। ਤੇ ਜਿਹੜੇ ਇਹ ਵਿਧਾਇਕ ਨੇ ਅੱਜ ਉਹਦੇ ਧਰਨੇ ਵਿੱਚ ਅੱਜ ਵਿਖਾਈ ਦੇਣਗੇ ਤਾਂ ਕੁਦਰਤੀ ਤੌਰ ਤੇ ਇੱਕ ਸਮਾਨੰਤਰ ਧਿਰ ਜਦੋਂ ਇੱਕ ਕਾਂਗਰਸ ਪਾਰਟੀ ਦੇ ਵਿੱਚ ਬਣ ਕੇ ਧੜਾ ਉੱਭਰਦੀ ਆ ਤਾਂ ਕਾਂਗਰਸ ਹਾਈਕਮਾਨ ਵਾਸਤੇ ਚਿੰਤਾ ਦਾ ਵਿਸ਼ਾ ਤਾਂ ਬਣਦਾ ਹੀ ਆ। ਔਰ ਸਭ ਤੋਂ ਜ਼ਿਆਦਾ ਚਿੰਤਾ ਦਾ ਵਿਸ਼ਾ ਤਾਂ ਹਰੀਸ਼ ਚੌਧਰੀ ਵਾਸਤੇ ਇਹ ਜਿਹੜੀ ਸਥਿਤੀ ਆ ਉਹ ਬਣ ਰਹੀ ਆ, ਕਿਉਂਕਿ ਉਹ ਨਿਤ ਚਿੱਠੀਆਂ ਜਿਹੜੀਆਂ ਉਹ ਹਾਈਕਮਾਨ ਨੂੰ ਕੱਢਦਾ ਪਿਆ ਕਿ ਐਕਸ਼ਨ ਲਿਆ ਜਾਵੇ, ਕਾਰਵਾਈ ਕੀਤੀ ਜਾਵੇ। ਇਹੋ ਜਿਹੀਆਂ ਜਿਹੜੀਆਂ ਸੂਤਰਾਂ ਤੋਂ ਸਾਡੇ ਤੱਕ ਜਾਣਕਾਰੀ ਪਹੁੰਚੀ ਆ ਤੇ ਜੇਕਰ ਹਾਈਕਮਾਨ ਇਸ ਦੇ ਬਾਵਜੂਦ ਇਹੋ ਜਿਹਾ ਕੰਮ ਨਹੀਂ ਕਰ ਰਹੀ ਜਾਂ ਇਸ ਨੂੰ ਬਰਦਾਸ਼ਤ ਕਰਦੀ ਪਈ ਆ ਤਾਂ ਅੰਦਰੋਂ ਅੰਦਰ ਔਖੀ ਤਾਂ ਉਹ ਸਥਿਤੀ ਦੇ ਵਿੱਚ ਹੈ ਹੀ। ਸੋ ਇਹ ਜਿਹੜੀਆਂ ਸਥਿਤੀਆਂ ਨੇ ਹਾਈਕਮਾਨ ਵਾਸਤੇ ਕਾਫੀ ਚਿੰਤਾ ਦਾ ਵਿਸ਼ਾ ਬਣ ਸਕਦੀਆਂ ਨੇ ਜੀ। ਬਿਲਕੁਲ। ਅਗਲੀ ਖਬਰ ਦੀ ਆਪਾਂ ਗੱਲਬਾਤ ਕਰੀਏ। ਸਿੱਧੂ ਸਿਰਫ ਇਸ ਬਿਜਲੀ ਮੁੱਦੇ ਤੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮੁਸੀਬਤ ਨਹੀਂ ਬਣ ਰਹੇ, ਸਗੋਂ ਦੀ ਕਿਸਾਨਾਂ ਦੇ ਮਾਮਲੇ ਦੇ ਉੱਪਰ ਵੀ ਆਮ ਆਦਮੀ ਪਾਰਟੀ ਦੀ ਲਗਾਤਾਰ ਜਿਹੜੀ ਮੁਸੀਬਤ ਉਹ ਬਣ ਰਹੇ ਨੇ। ਤੇ ਨਾਲ ਹੀ ਨਾਲ ਰਾਜੇਵਾਲ ਕਿਸਾਨ ਜਥੇਬੰਦੀਆਂ ਵੀ ਆਮ ਆਦਮੀ ਪਾਰਟੀ, ਭਗਵੰਤ ਮਾਨ ਦੀਆਂ, ਕੇਜਰੀਵਾਲ ਦੀਆਂ ਮੁਸੀਬਤ ਜਿਹੜੀਆਂ ਬਣੀਆਂ ਨੇ। ਕੱਲ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਕਿ ਇੱਕ ਵੀਡੀਓ ਸਾਂਝੀ ਕੀਤੀ ਗਈ ਸੀਗੀ ਅਰਵਿੰਦ ਕੇਜਰੀਵਾਲ ਦੀ, ਹਿਮਾਚਲ ਦੇ ਵਿੱਚ ਮੇਰੇ ਖਿਆਲ 'ਚ ਬੋਲਦੇ ਦਿਖਾਈ ਦੇ ਰਹੇ ਨੇ, ਜਿੱਥੇ ਉਹ ਇਹ ਗੱਲ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੇ ਪੰਜਾਬ ਦੇ ਵਿੱਚ ਆ ਜਾਂਦੀ ਹੈ ਤਾਂ ਕਿਸੇ ਨੂੰ ਵੀ ਜਿਹੜੀ ਆ ਇੱਕ ਵੀ ਕਿਸਾਨ ਨੂੰ ਜਿਹੜੀ ਖੁਦਕੁਸ਼ੀ ਨਹੀਂ ਕਰ ਦਿਆਂਗੇ। ਤਾਂ ਹੁਣ ਇਹ ਪਤਾ ਲੱਗਿਆ ਕਿ ਪਿਛਲੇ 3 ਹਫ਼ਤਿਆਂ ਦੇ ਵਿੱਚ 14 ਕਿਸਾਨ ਖੁਦਕੁਸ਼ੀਆਂ ਕਰ ਗਏ ਨੇ। ਤਾਂ ਉੱਥੇ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਇਹ ਜਵਾਬ ਮੰਗ ਰਹੇ ਨੇ, ਤਾਂ ਦੂਜੇ ਪਾਸੇ ਰਾਜੇਵਾਲ ਵੀ ਇਹ ਕਹਿ ਰਹੇ ਨੇ ਕਿ ਇਹਨਾਂ ਨੂੰ ਪੰਜਾਬ ਪੁਲਿਸ ਵਾਲੇ ਸਕੀਮ ਦੇ ਤਹਿਤ ਪੰਜਾਬ ਪੁਲਿਸ ਦੀ ਤਰਜ਼ ਦੇ ਉੱਪਰ, ਜਿਵੇਂ ਪਿਛਲੇ ਦਿਨੀ ਕਹਿੰਦੇ ਐਲਾਨ ਕੀਤਾ ਸੀ ਕਿ ਜੇਕਰ ਪੰਜਾਬ ਪੁਲਿਸ ਦਾ ਕੋਈ ਮੁਲਾਜ਼ਮ ਸ਼ਹੀਦ ਹੋ ਜਾਂਦਾ ਤਾਂ ਫਿਰ 1 ਕਰੋੜ ਰੁਪਏ ਦਾ ਮੁਆਵਜ਼ਾ ਮਿਲੇਗਾ। ਤਾਂ ਇੱਥੇ ਵੀ ਕਿਸਾਨਾਂ ਦੇ ਬਾਰੇ ਵੀ ਰਾਜੇਵਾਲ ਹੋਣਾ ਨੇ ਇਹੀ ਗੱਲ ਕਹੀ ਹੈ ਕਿ ਜਿਹੜਾ ਕਿਸਾਨਾਂ ਨੂੰ ਵੀ ਪੁਲਿਸ ਮੁਲਾਜ਼ਮਾਂ ਦੀ ਤਰਜ਼ ਤੇ 1 ਕਰੋੜ ਰੁਪਏ ਦਾ ਜਿਹੜਾ ਮੁਆਵਜ਼ਾ ਦਿੱਤਾ ਜਾਵੇ। ਕਿਵੇਂ ਦੇਖਦੇ ਹੋ? ਇੱਕ ਪਾਸੇ ਸਿੱਧੂ ਵੀ ਘੇਰ ਰਹੇ ਨੇ ਕਿਸਾਨਾਂ ਦੇ ਮੁੱਦੇ ਤੇ, ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੀ ਘੇਰਨ ਲੱਗੀਆਂ ਨੇ। ਕਿੰਨਾ ਕੁ ਬੁਰੇ ਫਸ ਕੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ? ਦੇਖੋ, ਤੁਸੀਂ 14 ਕਿਸਾਨਾਂ ਦੀ ਗੱਲ ਕੀਤੀ। ਪਿਛਲੇ 3 ਹਫ਼ਤਿਆਂ ਚ 14 ਕਿਸਾਨ ਜਿਹੜੇ ਜਿਨ੍ਹਾਂ ਨੇ ਖੁਦਕੁਸ਼ੀਆਂ ਕੀਤੀਆਂ ਜਾਂ ਆਤਮ ਹੱਤਿਆ ਕੀਤੀ। 14 ਕਿਸਾਨਾਂ ਦਾ ਮਤਲਬ ਕਿ 14 ਪਰਿਵਾਰ ਜਿਹੜੇ ਨੇ ਉਹ ਇਸ ਵੇਲੇ ਇਹੋ ਜਿਹੀਆਂ ਸਥਿਤੀਆਂ ਚ ਪਹੁੰਚ ਗਏ ਨੇ ਕਿ ਜਿੱਥੇ ਉਹਨਾਂ ਨੂੰ ਕੋਈ ਸੰਭਾਲ ਕਰਨ ਵਾਲਾ ਨਹੀਂ ਹੈਗਾ। ਤੇ ਆਮ ਆਦਮੀ ਪਾਰਟੀ ਦੇ ਇਹ ਜਿਹੜੇ 2 ਨੇਤਾ ਸਨ, ਇਹ ਬੀਤੇ ਲੰਮੇ ਦੌਰ ਤੋਂ ਇਹੋ ਗੱਲਾਂ ਇਹ ਵਾਅਦੇ ਕਰਦੇ ਆਏ ਨੇ ਕਿਸਾਨਾਂ ਦੇ ਨਾਲ ਕਿ ਅਸੀਂ ਅਜਿਹੇ ਹਾਲਾਤ ਸਿਰਜਾਂਗੇ ਕਿ ਪੰਜਾਬ ਦੇ ਅੰਦਰ ਕਿਸੇ ਵੀ ਕਿਸਾਨ ਨੂੰ ਖੁਦਕੁਸ਼ੀ ਨਹੀਂ ਕਰਨੀ ਪਏਗੀ, ਆਤਮ ਹੱਤਿਆ ਨਹੀਂ ਕਰਨੀ ਪਏਗੀ। ਤੇ ਜੇਕਰ ਅਜੇ ਸਰਕਾਰ ਬਣੇ ਨੂੰ, ਹਾਲਾਂਕਿ ਇਹ ਸਥਿਤੀਆਂ ਬੀਤੇ ਦੌਰ 'ਚ ਵੀ ਜਾਰੀ ਰਹੀਆਂ ਨੇ, ਪਰ ਗੱਲ ਇਹ ਹੈ ਕਿ ਜਦੋਂ ਸਰਕਾਰ ਨਵੀਂ ਬਣੇ ਤਾਂ ਸਰਕਾਰ ਵੱਲੋਂ ਅਜਿਹੇ ਵਾਅਦੇ ਜਾਂ ਦਾਅਵੇ ਕੀਤੇ ਹੋਣ, ਇੱਕ ਨਿਰਧਾਰਤ ਰੋਡ ਮੈਪ ਉਹ ਹੋਵੇ ਹੀ ਨਾ, ਪਰ ਵਾਅਦੇ ਕੀਤੇ ਗਏ ਹੋਣ ਤਾਂ ਲੋਕਾਂ ਦੀਆਂ ਨਜ਼ਰਾਂ ਕੁਦਰਤੀ ਤੌਰ ਤੇ ਪਾਰਟੀ ਜਾਂ ਸਰਕਾਰ ਵੱਲ ਹੁੰਦੀਆਂ ਨੇ। ਤੇ ਜੇਕਰ ਨਵਜੋਤ ਸਿੰਘ ਸਿੱਧੂ ਬਿਜਲੀ ਮੁੱਦੇ ਤੇ ਆਮ ਆਦਮੀ ਪਾਰਟੀ ਨੂੰ ਘੇਰਦਾ ਕੋੜਾ ਸੰਕਟ ਨੂੰ ਲੈ ਕੇ ਘੇਰਦੇ ਨੇ, ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਸਵਾਲ ਕਰਦੇ ਨੇ, ਅਰਵਿੰਦ ਕੇਜਰੀਵਾਲ ਨੂੰ, ਭਗਵੰਤ ਮਾਨ ਨੂੰ ਸਵਾਲ ਕਰਦੇ ਨੇ, ਤੇ ਹੁਣ ਇਹ ਖੁਦਕੁਸ਼ੀਆਂ ਦਾ ਮੁੱਦਾ ਤੇ ਇਹਦੇ ਉੱਤੇ ਜਦੋਂ ਉਹ ਸਰਕਾਰ ਨੂੰ ਘੇਰਦੇ ਨੇ ਤਾਂ ਆਪਣੀ ਉਹ ਡਿਊਟੀ ਠੀਕ ਤਰੀਕੇ ਨਾਲ ਮਾਰੇ। ਇੱਥੇ ਗੱਲ ਡਿਊਟੀ ਦੀ ਨਿਭਾਉਣ ਦੀ ਵੀ ਗੱਲ ਆਪਾਂ ਸੁਖਵਿੰਦਰ ਜੀ ਨਾ ਹੀ ਕਰੀਏ ਤਾਂ ਚੰਗੀ ਹੈ। ਇੱਥੇ ਗੱਲ ਇਹ ਆ ਕਿ ਮਨੁੱਖੀ ਸੰਵੇਦਨਾਵਾਂ ਦੀ ਉਹ ਗੱਲ ਤਾਂ ਵਿਅਕਤੀ ਬੰਦਾ ਕਰ ਰਿਹਾ ਕਿ ਜਦੋਂ ਘਰ ਦੇ ਵਿੱਚੋਂ ਇੱਕ ਵਿਅਕਤੀ ਦੀ ਲਾਸ਼, ਮੋਢੀ ਦੀ ਲਾਸ਼ ਜਦੋਂ ਜਾਂਦੀ ਹੈ ਤਾਂ ਪਰਿਵਾਰ ਕਿਵੇਂ ਉਜੜਦਾ ਉਸ ਪਰਿਵਾਰ ਨੂੰ ਪਤਾ। ਤੇ ਉਹੋ ਜਿਹੀ ਪਰਿਵਾਰ ਦੀ ਸਥਿਤੀ ਦੇ ਵਿੱਚ ਜਦੋਂ ਨਵਜੋਤ ਸਿੰਘ ਨੂੰ ਬੀਤੇ ਦਿਨ ਵੀ ਗਏ ਸੀ ਤੇ ਜਾ ਕੇ ਮੋੜ ਮੰਡੀ ਦੇ ਵਿੱਚ ਉਸ ਪਰਿਵਾਰ ਨੂੰ ਹੌਸਲਾ ਦਿੱਤਾ। ਚਲੋ ਕਿਸੇ ਦੇ ਜਾਣ ਦੇ ਨਾਲ ਕੋਈ ਵਿਅਕਤੀ ਵਾਪਸ ਨਹੀਂ ਆਉਂਦਾ, ਪਰ ਘੱਟ ਤੋਂ ਘੱਟ ਉਸ ਦੇ ਦੁੱਖ ਦੇ ਵਿੱਚ ਕਮੀ ਜਿਹੜੀ ਆ ਉਸ ਸਮੇਂ ਜ਼ਰੂਰ ਹੁੰਦੀ ਹੈ। ਤੇ ਦੂਜੇ ਪਾਸੇ ਹੁਣ ਬਲਬੀਰ ਸਿੰਘ ਰਾਜੇਵਾਲ ਨੇ ਜਿਹੜੀ ਇਹ ਮੰਗ ਕੀਤੀ ਆ ਕਿ ਜਿਸ ਤਰੀਕੇ ਨਾਲ ਪੁਲਿਸ ਕਰਮਚਾਰੀ ਅਗਰ ਆਪਣੀ ਡਿਊਟੀ ਤੇ ਸ਼ਹੀਦ ਹੁੰਦਾ ਤੇ ਸਰਕਾਰ ਵੱਲੋਂ ਉਸਨੂੰ 1 ਕਰੋੜ ਰੁਪਏ ਦੀ ਰਾਹਤ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਤੇ ਉਹ ਜਿਹੜਾ ਮਾਪਦੰਡ ਆ, ਜਿਹੜੀ ਸ਼ਰਤਾਂ ਨੇ ਜਾਂ ਇਹੋ ਜਿਹੀ ਜਿਹੜੀ ਸਹੂਲਤ ਆ ਕਿਸਾਨਾਂ ਨੂੰ ਵੀ ਦਿੱਤੀ ਜਾਵੇ, ਚੰਗੀ ਗੱਲ ਆ ਕਿ ਕਿਉਂਕਿ ਕਿਸਾਨ ਵੀ ਤਾਂ ਖੇਤਾਂ ਦੇ ਵਿੱਚ ਆਪਣੀ ਜਿੱਥੋਂ ਰੋਜ਼ੀ ਰੋਟੀ ਕਮਾਉਂਦਾ ਤਾਂ ਉੱਥੇ ਦੇਸ਼ ਦੇ ਅੰਨ ਭੰਡਾਰ ਦੇ ਵਿੱਚ ਆਪਣਾ ਹਿੱਸਾ ਪਾਉਂਦਾ। ਸਰਕਾਰਾਂ ਕਹਿਣ ਨੂੰ ਤਾਂ ਬਹੁਤ ਕੁਝ ਬੀਤੇ ਦੌਰ 'ਚ ਕਹਿੰਦੀਆਂ ਰਹੀਆਂ ਨੇ, ਆਮ ਆਦਮੀ ਪਾਰਟੀ ਨੇ ਵੀ ਬਹੁਤ ਕੁਝ ਕਿਹਾ
ਤੇ ਜਿਸ ਤਰੀਕੇ ਨਾਲ ਸ਼ਿਮਲੇ ਦੇ ਵਿੱਚ ਤੁਸੀਂ ਮਾਫ ਕਰਦਾ ਹਿਮਾਚਲ ਦੇ ਵਿੱਚ ਜਿਸ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਇੱਕ ਵੀਡੀਓ ਪਾ ਕੇ ਇਹ ਗੱਲ ਕਹਿ ਰਹੇ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਇੱਕ ਟਵੀਟ ਕਰਕੇ ਉਹ ਸਾਰੀ ਸਥਿਤੀ ਨੂੰ ਯਾਦ ਕਰਾਉਂਦੇ ਨੇ, ਤਾਂ ਕੁਦਰਤੀ ਤੌਰ ਤੇ ਆਮ ਆਦਮੀ ਪਾਰਟੀ ਵਾਸਤੇ ਸਥਿਤੀਆਂ ਤਾਂ ਚਿੰਤਾਜਨਕ ਹਨ ਹੀ ਹਨ, ਕਿਉਂਕਿ ਲੋਕਾਂ ਨਾਲ ਕੀਤੇ ਵਾਅਦੇ ਜਿਨ੍ਹਾਂ ਦੇ ਵਿੱਚ ਬੀਤੇ ਦਿਨ ਤੁਹਾਨੂੰ ਯਾਦ ਹੋਵੇਗਾ ਕਿ ਭਗਵੰਤ ਸਿੰਘ ਮਾਨ ਵੱਲੋਂ ਜੋਗਿੰਦਰ ਸਿੰਘ ਅਗਰਾਹਾਂ ਨਾਲ ਵੀ ਇੱਕ ਮੀਟਿੰਗ ਜਿਹੜੀ ਸੀ ਕਿਸਾਨ ਮੁੱਦੇ ਦੇ ਮੰਗਾਂ ਨੂੰ ਲੈ ਕੇ ਕੀਤੀ ਗਈ ਸੀ, ਤਾਂ ਉਹਦਾ ਅਜੇ ਸਿੱਟੇ ਜਿਹੜੇ ਨੇ ਅਜੇ ਲੋਕਾਂ ਦੇ ਸਾਹਮਣੇ ਜਿਹੜੇ ਉਹ ਨਹੀਂ ਆਏ। ਤਾਂ ਦੂਜੇ ਪਾਸੇ ਇਹ ਵੀ ਇੱਕ ਗੱਲ ਚੰਗੀ ਹੋਵੇਗੀ ਜੇਕਰ ਬਲਬੀਰ ਸਿੰਘ ਰਾਜੇਵਾਲ ਜਾਂ ਉਹ ਕਿਸਾਨ ਜਥੇਬੰਦੀਆਂ ਇਕੱਠੇ ਤੌਰ ਤੇ ਜਿਹੜੇ 32 ਕਿਸਾਨ ਜਥੇਬੰਦੀਆਂ ਨੇ ਜਿਹਨਾਂ ਨੇ ਦਿੱਲੀ ਵਿਖੇ ਸੰਘਰਸ਼ ਨੂੰ ਜਿੱਤਿਆ ਸੀ, ਜੇਕਰ ਉਹ ਅੱਜ ਇੱਕ ਸਾਂਝੇ ਫਰੰਟ ਤੇ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਇਕੱਠੀਆਂ ਹੋਈਆਂ ਸੀ, ਜੇਕਰ ਉਹ ਪੰਜਾਬ ਦੇ ਵਿੱਚ ਵੀ ਆਣ ਕੇ ਇਕੱਠੇ ਤੌਰ ਤੇ ਸਰਕਾਰ ਤੇ ਇੱਕ ਦਬਾਅ ਦੀ ਨੀਤੀ ਬਣਾਉਣ, ਤਾਂ ਸ਼ਾਇਦ ਜਿਹੜੇ ਨਤੀਜੇ ਨੇ ਕਿਸਾਨਾਂ ਦੇ ਸੰਬੰਧ ਦੇ ਵਿੱਚ ਚੰਗੇ ਜਿਹੜੇ ਵੇਖੇ ਜਾ ਸਕਦੇ ਨੇ। ਔਰ ਦੂਜੇ ਪਾਸੇ ਜਿਹੜੀ ਨਵਜੋਤ ਸਿੰਘ ਸਿੱਧੂ ਆ, ਜੇਕਰ ਉਹ ਆਪਣੇ ਪੱਧਰ ਤੇ ਇਸ ਮੰਗ ਨੂੰ ਉਠਾ ਰਿਹਾ, ਤਾਂ ਜਿਹੜੀ ਕਾਂਗਰਸ ਪਾਰਟੀ ਹੈ, ਜਿਹੜੀ ਵਿਰੋਧੀ ਧਿਰ ਆ, ਉਸ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਮੁੱਦੇ ਤੇ ਨਵਜੋਤ ਸਿੱਧੂ ਦਾ ਸਾਥ ਦੇਵੇ ਤੇ ਇਸ ਮੁੱਦੇ ਨੂੰ ਕੇਵਲ ਜਾਤੀਗਤ ਆਧਾਰ ਤੇ ਨਾ ਲਿਆ ਜਾਵੇ, ਬਲਕਿ ਉਸ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਕਦਮ ਲੈ ਕੇ ਕਿ ਉਹਨਾਂ ਦੀ ਅਸੀਂ ਸਥਿਤੀ ਸੁਧਾਰਨੀ ਹੈ, ਉਹਨਾਂ ਦੀ ਜੂਨ ਸੁਧਾਰਨੀ ਹੈ ਕਿ ਖੁਦਕੁਸ਼ੀਆਂ ਨਾ ਹੋਣ, ਇੱਕ ਸਾਂਝੇ ਤੌਰ ਤੇ ਤੁਰਨ ਦੀ ਜਿਹੜੀ ਜ਼ਰੂਰਤ ਆ, ਤਾਂ ਹੀ ਆਮ ਆਦਮੀ ਪਾਰਟੀ ਨੂੰ ਇਸ ਮੁੱਦੇ ਤੇ ਮਜਬੂਰ ਕੀਤਾ ਜਾ ਸਕਦਾ ਹੈ। ਜੀ ਬਿਲਕੁਲ ਬਿਲਕੁਲ। ਤਾਂ ਦੂਜੇ ਪਾਸੇ ਇਹ ਵੀ ਹੈ ਨਾ ਪ੍ਰੋਬਲਮ, ਜਿਹਦਾ ਪੈਸੇ ਤਾਂ ਪਹਿਲਾਂ ਹੀ ਸਰਕਾਰ ਕੋਲੇ ਹੈ ਨਹੀਂ ਗੇ, ਤੇ ਜਿਸ ਤਰੀਕੇ ਦਾ ਪ੍ਰੈਸ਼ਰ ਕਿਸਾਨਾਂ ਦੇ ਲਈ ਜਿਹੜਾ ਦੇਣਾ ਵੀ ਬਣਦਾ ਮੁਆਵਜ਼ਾ, ਚਲੋ ਕਿਉਂਕਿ ਪ੍ਰੋਬਲਮ ਜੇ ਪੈ ਜਾਂਦੀ ਹੈ ਕੁਦਰਤੀ ਤੌਰ ਤੇ, ਦਾਣਿਆਂ ਦੇ ਵਿੱਚ ਵੀ ਕਾਫੀ ਜ਼ਿਆਦਾ, ਕਣਕ ਦੀ ਫਸਲ ਦੇ ਵਿੱਚ ਵੀ ਕਿਸਾਨਾਂ ਨੂੰ ਬਹੁਤ ਜ਼ਿਆਦਾ ਘਾਟਾ ਪੈ ਗਿਆ, ਉਹਦੇ ਕਰਕੇ ਹੀ ਮੁਆਵਜ਼ਾ ਮੰਗਿਆ ਗਿਆ। ਜਦੋਂ ਕੁਦਰਤੀ ਆਫਤ ਪੈ ਜਾਂਦੀ ਹੈ ਤਾਂ ਸਰਕਾਰ ਵੱਲੋਂ ਮਦਦ ਜ਼ਰੂਰੀ ਵੀ ਹੈ, ਤਾਂ ਅਸੀਂ ਵੀ ਕਹਿੰਦੇ ਹਾਂ ਕਿ ਜੋ ਮਦਦ ਦੇਣੀ ਚਾਹੀਦੀ। ਦੂਜੇ ਪਾਸੇ ਸਰਕਾਰ ਦੀ ਸਥਿਤੀ ਨੂੰ ਜਿਹੜਾ ਆਪਾਂ ਦੇਖ ਰਹੇ ਹਾਂ, ਸਰਕਾਰ ਦੀ ਸਥਿਤੀ ਵੀ ਜਿਹੜੀ ਆ ਉਹ ਕੋਈ ਬਹੁਤੀ ਵਿੱਤੀ ਹਾਲਾਤਾਂ ਤੇ ਚੰਗੀ ਨਹੀਂ ਹੈ ਕਿ ਮੁਆਵਜ਼ਾ ਏਡਾ ਵੱਡੀ ਪੱਧਰ ਤੇ ਦੇ ਸਕਣ। ਦੇਖੋ, ਜੇਕਰ ਸਰਕਾਰ 5500 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਗੁਜਰਾਤ, ਹਿਮਾਚਲ ਦੇ ਵਿੱਚ ਇਹੋ ਜਿਹੇ ਇਸ਼ਤਿਹਾਰ ਆਪਣੀ ਪਾਰਟੀ ਦਾ ਪ੍ਰਚਾਰ ਕਰ ਸਕਦੇ ਨੇ, ਤਾਂ ਫਿਰ ਕਿਸਾਨਾਂ ਦੇ ਹਿੱਤਾਂ ਨੂੰ ਸੁਧਾਰਨ ਵਾਸਤੇ ਵੀ ਬਹੁਤ ਕੁਝ ਸਰਕਾਰ ਕੋਲ ਕਦਮ ਜਿਹੜੇ ਪੁੱਟੇ ਜਾ ਸਕਦੇ ਨੇ। ਸੁਖਵਿੰਦਰ ਜੀ, ਇਹ ਗੱਲ ਯਾਦ ਰੱਖਿਓ, ਜਾਂ ਇਹ ਗੱਲ ਪੱਕੀ ਹੈ ਕਿ ਕਦੇ ਸਰਕਾਰਾਂ ਦੇ ਖਜ਼ਾਨੇ ਖਾਲੀ ਨਹੀਂ ਜੇ ਹੁੰਦੇ। ਕਿਸਾਨਾਂ ਕੋਲ ਮਾਫ ਕਰਨਾ, ਸਰਕਾਰਾਂ ਕੋਲ ਬੜੇ ਵਸੀਲੇ ਹੁੰਦੇ ਨੇ, ਜੇਕਰ ਉਹਨਾਂ ਨੇ ਲੋਕਾਂ ਦੀ ਸਹਾਇਤਾ ਕਰਦੀ ਹੈ ਤਾਂ ਫਿਰ ਕਰਦੀ ਹੈ। ਨੀਅਤ ਤੇ ਨੀਤੀ 'ਚ ਫਰਕ ਸਾਫ਼ ਹੋਣੀ ਚਾਹੀਦੀ, ਤੁਹਾਡੀ ਨੀਅਤ ਕੀ ਹੈ ਤੇ ਤੁਹਾਡੀ ਨੀਤੀ ਕੀ ਹੈ। ਜੇਕਰ ਤੁਸੀਂ ਆਪਣੇ ਵਿਧਾਇਕਾਂ ਵਾਸਤੇ ਗੱਡੀਆਂ ਖਰੀਦਣੀਆਂ ਨੇ ਜਾਂ ਇਹੋ ਜਿਹਾ ਕੰਮ ਕਰਨਾ, ਫਿਰ ਤਾਂ ਤੁਹਾਡੇ ਬਜਟ, ਤੁਹਾਡੇ ਕੋਲ ਬੜੇ ਕੋਈ ਇਹੋ ਜਿਹੇ ਵਸੀਲੇ ਆ ਜਾਂਦੇ ਨੇ ਤੇ ਜੋ ਸਭ ਕੁਝ ਹੱਲ ਹੋ ਜਾਂਦਾ, ਉਦੋਂ ਖਜ਼ਾਨਾ ਖਾਲੀ ਨਹੀਂ ਹੁੰਦਾ। ਪਰ ਜਦੋਂ ਤੁਸੀਂ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਦੇ ਆ ਤਾਂ ਫਿਰ ਤੁਹਾਡੇ ਖਜ਼ਾਨੇ ਖਾਲੀ ਹੁੰਦੇ ਨੇ। ਸਰਕਾਰਾਂ, ਮੇਰਾ ਨਹੀਂ ਖਿਆਲ ਕਿ ਸਰਕਾਰਾਂ ਦੇ ਕਦੇ ਖਜ਼ਾਨੇ ਖਾਲੀ ਹੋਣਗੇ, ਉਹ ਫਿਰ ਸਰਕਾਰ ਕਦੀ ਜਿਹੜਾ ਖਜ਼ਾਨਾ ਹੀ ਖਾਲੀ ਹੋ ਗਿਆ, ਇਹੋ ਜਿਹਾ ਡਾਇਲੌਗ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜੇ ਵਿਅਕਤੀ ਨੇ ਉਹ ਬੀਤੇ ਦੌਰ 'ਚ ਬੋਲਦੇ ਰਹੇ ਆ, ਤੇ ਪੰਜਾਬ ਦੇ ਲੋਕ ਵੀ ਜਾਣਦੇ ਆ ਕਿ ਕਿਸ ਤਰੀਕੇ ਨਾਲ ਇਹ ਜਿਹੜੇ ਵਿਧਾਇਕ ਨੇ, ਕਿਸੇ ਵੀ ਪਾਰਟੀ ਦੇ ਵਿਧਾਇਕ ਹੋਣ, ਕੋਈ ਵੀ ਪਾਰਟੀ ਦੀ ਸਰਕਾਰ ਹੋਵੇ, ਆਪਣੇ ਹਿੱਤਾਂ ਵਾਸਤੇ ਕਿਸ ਤਰੀਕੇ ਨਾਲ ਉਹ ਖਜ਼ਾਨੇ ਭਰ ਦਿੰਦੀ ਆ। ਸੋ ਕਿਸਾਨਾਂ ਵਾਸਤੇ ਜ਼ਰੂਰੀ ਹੈ ਕਿ ਜੇ ਕਿਸਾਨਾਂ ਦੀ ਅਸੀਂ ਸਹਾਇਤਾ ਕਰਨੀ ਚਾਹੁੰਦੇ ਹਾਂ ਤਾਂ ਫਿਰ ਜ਼ਰੂਰੀ ਹੈ ਕਿ ਉਹਨਾਂ ਨੂੰ ਉਸ ਤਰੀਕੇ ਦਾ ਮੁਆਵਜ਼ਾ ਕਿਸੇ ਵੀ ਤਰੀਕੇ ਦਾ ਅਰੇਂਜ ਕਰਕੇ ਦਿੱਤਾ ਜਾਵੇ, ਤਾਂ ਜੋ ਉਹਨਾਂ ਦੇ ਅਥਰੂ, ਉਹਨਾਂ ਦੇ ਪਰਿਵਾਰਾਂ ਦੇ ਅਥਰੂ ਜਿਹੜੇ ਆ ਉਹ ਪੂੰਝੇ ਜਾ ਸਕਣ। ਇਹ ਸਰਕਾਰ ਦੀ ਜ਼ਿੰਮੇਵਾਰੀ ਆ ਕਿ ਉਹਨੇ ਕੀ ਕਰਨਾ, ਤੇ ਜੇਕਰ ਸਰਕਾਰ ਨਹੀਂ ਕਰ ਸਕਦੀ ਤਾਂ ਘੱਟੋ ਘੱਟ ਫਿਰ ਉਹਨਾਂ ਦੀਆਂ ਖੁਦਕੁਸ਼ੀਆਂ ਰੋਕਣ ਵਾਸਤੇ ਕੋਈ ਨਿਰਧਾਰਤ ਨੀਤੀ ਜਿਹੜੀ ਹੈ ਉਹ ਜ਼ਰੂਰ ਤਿਆਰ ਹੋਣੀ ਚਾਹੀਦੀ। ਜੀ ਬਿਲਕੁਲ। ਅੰਕਿਤ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੁਖਵਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਐਸਾ ਪ੍ਰੋਫੈਸਰ ਮਨਜੀਤ ਸਿੰਘ ਗਣਖੀ ਸਾਹਿਬ। ਤਾਂ ਲਾਸਟ ਤੇ ਖਬਰ ਜਿਹੜੀ ਰਹਿ ਗਈ ਸੀ, ਅਸੀਂ ਰਾਤ ਵੀ ਉਸ ਖਬਰ ਦੀ ਜਿਹੜੀ ਚਰਚਾ ਕਰਕੇ ਹਟੇ ਹਾਂ ਕਿ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਆ ਉਹ ਅੱਜ ਦਿੱਲੀ ਜਾ ਰਹੇ ਨੇ ਆਪਣੇ ਅਧਿਕਾਰੀਆਂ ਦੇ ਨਾਲ, ਉੱਥੇ ਦੇ ਸਿੱਖਿਆ ਪ੍ਰਬੰਧਾਂ ਨੂੰ ਦੇਖਣਗੇ, ਜਾਇਜ਼ਾ ਲੈਣਗੇ, ਤਾਂ ਉਹਨਾਂ ਦੇ ਨਾਲ ਅਧਿਕਾਰੀ ਵੀ ਜਾ ਰਹੇ ਨੇ। ਰਾਤ ਵੀ ਅਸੀਂ ਇਸ ਪ੍ਰੋਗਰਾਮ ਦੇ ਉੱਪਰ ਗੱਲਬਾਤ ਕਰਕੇ ਹਟੇ ਹਾਂ, ਵਿਸਤਾਰਪੂਰਵਕ ਰਾਤ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਸੀ। ਤਾਂ ਅੱਜ ਇਹ ਜਾਣਕਾਰੀ ਦੇਣ ਦੇ ਲਈ ਇਹ ਖਬਰ ਲਈ ਸੀ ਕਿ ਅੱਜ ਭਗਵੰਤ ਸਿੰਘ ਮਾਨ ਜਿਹੜੇ ਆਪਣੇ ਅਧਿਕਾਰੀਆਂ ਦੇ ਸਮੇਤ ਦਿੱਲੀ ਜਾ ਰਹੇ ਨੇ। ਤਾਂ ਇਹ ਸਰ ਪ੍ਰੋਫੈਸਰ ਮਨਜੀਤ ਸਿੰਘ ਗਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਸਾਡਾ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਊਗਾ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।